ਗੱਲ ਆ ਜਾਂਦੀ ਹੈ ਮੁਖਤਿਆਰਨਾਮੇ ਦੀ, ਪਾਵਰ ਆਫ ਅਟਾਰਨੀ। ਅਸਲ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂਗੇ ਮੁਖਤਿਆਰਨਾਮਾ ਹੁੰਦਾ ਕੀ ਹੈ ਤੇ ਬਣਦਾ ਕਿਵੇਂ। ਜਿਵੇਂ ਪੰਜਾਬੀ 'ਚ ਕਹਿੰਦੇ ਆਪਣੇ ਹੱਥ ਵੱਢ ਕੇ ਦੇ ਦੇਣੇ, ਉਹਦੇ ਨਾਲ ਇਹ ਹੈ ਵੀ ਆਪਣੇ ਸਾਰੇ ਅਧਿਕਾਰ ਜੋ ਉਹ ਉਸ ਜਾਇਦਾਦ ਬਾਰੇ ਰੱਖਦਾ ਹੈ, ਉਹ ਲਿਖਤ ਰੂਪ 'ਚ ਦੂਸਰੇ ਬੰਦੇ ਨੂੰ ਦੇ ਸਕਦਾ। ਮੁਖਤਿਆਰਨਾਮਾ ਕੋਈ ਵੀ ਵਿਅਕਤੀ ਜੋ ਕਿਸੇ ਅਚਲ ਜਾਇਦਾਦ ਦਾ ਮਾਲਕ ਹੈ, ਉਹ ਆਪਣੇ ਅਧਿਕਾਰ ਦੂਸਰੇ ਵਿਅਕਤੀ ਨੂੰ ਦੇ ਦਿੰਦਾ ਹੈ। ਅਲਵਾਲੀਆ ਸਾਹਿਬ, ਮੁਖਤਿਆਰਨਾਮਾ ਬਦਲਿਆ ਵੀ ਜਾ ਸਕਦਾ ਹੈ? ਹਾਂ, ਮੁਖਤਿਆਰਨਾਮਾ ਦੇਣ ਵਾਲਾ ਵਿਅਕਤੀ ਜਦੋਂ ਵੀ ਚਾਹੇ, ਜੇ ਤੁਸੀਂ ਅੱਜ ਮੁਖਤਿਆਰਨਾਮਾ ਦਿੱਤਾ ਤਾਂ ਕੱਲ੍ਹ ਨੂੰ ਉਹਨੂੰ ਤੁੜਾ ਸਕਦੇ ਹੋ। ਅਲਵਾਲੀਆ ਸਾਹਿਬ, ਕਈ ਵਾਰ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਕਿ ਵਿਦੇਸ਼ ਦੇ ਵਿੱਚ ਜਾ ਕੇ ਲੋਕ ਸੈਟਲ ਹੋ ਜਾਂਦੇ ਨੇ, ਜ਼ਮੀਨ ਜਾਇਦਾਦ ਉਹਨਾਂ ਦੀ ਇੱਥੇ ਰਹਿ ਜਾਂਦੀ ਹੈ ਇੰਡੀਆ ਦੇ ਵਿੱਚ, ਤਾਂ ਕੀ ਵਿਦੇਸ਼ ਬੈਠੇ ਲੋਕ ਵੀ ਆਪਣੀ ਜ਼ਮੀਨ ਜਾਇਦਾਦ ਦਾ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਮੁਖਤਿਆਰਨਾਮਾ ਭੇਜ ਸਕਦੇ ਨੇ? ਉਹਦਾ ਕੀ ਪ੍ਰੋਸੀਜਰ ਹੁੰਦਾ ਹੈ? ਜਿਹੜਾ ਇੰਡੀਆ ਦਾ ਉੱਥੇ ਕੌਂਸੂਲੇਟ ਜਨਰਲ ਹੈ, ਉਹਦੇ ਤੋਂ ਤਸਦੀਕ ਕਰਵਾ ਕੇ ਆਪਣੇ ਪਾਸਪੋਰਟ ਦੀ ਕਾਪੀ ਲਾ ਕੇ ਨਾਲ ਉਹ ਇੱਥੇ ਭੇਜ ਸਕਦੇ ਹਾਂ। ਜਿਹੜਾ ਮੁਖਤਿਆਰੇ ਆਮ ਹੈ, ਉਹ ਮੁਖਤਿਆਰੇ ਖਾਸ ਨੂੰ ਨਿਯੁਕਤ ਕਰ ਸਕਦਾ ਹੈ? ਜੇ ਮੁਖਤਿਆਰਨਾਮਾ ਦੇਣ ਵਾਲੇ ਵਿਅਕਤੀ ਨੇ ਜੀ ਆਪਣੇ ਮੁਖਤਿਆਰਨਾਮੇ ਦੀ ਲਿਖਤ ਦੇ ਵਿੱਚ ਲਿਖਿਆ ਹੈ ਕਿ ਮੇਰਾ ਮੁਖਤਿਆਰੇ ਆਮ ਕਿਸੇ ਨੂੰ ਵੀ ਮੁਖਤਿਆਰੇ ਖਾਸ ਮੁਕਰਰ ਕਰ ਸਕਦਾ, ਤਾਂ ਹੀ ਉਹ ਮੁਖਤਿਆਰੇ ਆਮ ਮੁਖਤਿਆਰ ਖਾਸ ਮੁਕਰਰ ਕਰ ਸਕਦਾ, ਨਹੀਂ ਤਾਂ ਨਹੀਂ। ਮੁਖਤਿਆਰਨਾਮਾ ਕਿੰਨਾ ਕੁ ਜ਼ਰੂਰੀ ਹੈ ਜਦੋਂ ਅਸੀਂ ਜ਼ਮੀਨ ਖਰੀਦਦੇ ਹਾਂ ਜਾਂ ਜ਼ਮੀਨ ਵੇਚਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਦਾ ਕੋਈ ਕੰਮ ਹੁੰਦਾ, ਤਾਂ ਕਿੰਨਾ ਕੁ ਜ਼ਰੂਰੀ ਹੈ? ਇਦੋਂ ਬਿਨਾਂ ਵੀ ਕੰਮ ਹੋ ਸਕਦੇ ਨੇ? ਤਾਂ ਹੀ ਦਿੱਤਾ ਜਾਂਦਾ ਜਦੋਂ ਜ਼ਮੀਨ ਦਾ ਮਾਲਕ ਜਾਂ ਜਾਇਦਾਦ ਦਾ ਮਾਲਕ ਖੁਦ ਹਾਜ਼ਰ ਹੋ ਕੇ ਕੋਈ ਕੰਮ ਨਾ ਕਰਵਾ ਸਕਦਾ ਹੋਵੇ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਾਇਦਾਦ ਦੇ ਮਸਲਿਆਂ ਤੇ ਗੱਲ ਕਰਦੇ ਹਾਂ। ਜਾਇਦਾਦ ਦਾ ਜਿਹੜਾ ਕਾਨੂੰਨ ਆ ਉਹਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ। ਇਸ ਚਰਚਾ ਦਾ ਹਿੱਸਾ ਬਣਦੇ ਨੇ ਸਾਡੇ ਨਾਲ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਪ੍ਰਤਾਪ ਸਿੰਘ ਆਹਲੂਵਾਲੀਆ। ਆਹਲੂਵਾਲੀਆ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਆਹਲੂਵਾਲੀਆ ਸਾਹਿਬ, ਸਵਾਗਤ ਹੈ ਜੀ। ਨਮਸਕਾਰ ਜੀ। ਆਹਲੂਵਾਲੀਆ ਸਾਹਿਬ, ਜਿਸ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਗੱਲ ਕਰਦੇ ਹਾਂ ਜੋ ਜ਼ਮੀਨ ਜਾਇਦਾਦ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦਾ ਕਾਨੂੰਨ ਕੀ ਹੈ, ਕਿਸ ਤਰ੍ਹਾਂ ਉਹ ਮਸਲੇ ਹੱਲ ਹੋ ਸਕਦੇ ਨੇ, ਗੱਲ ਆ ਜਾਂਦੀ ਹੈ ਮੁਖਤਿਆਰਨਾਮੇ ਦੀ, ਪਾਵਰ ਆਫ ਅਟਾਰਨੀ। ਅਸਲ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂਗੇ ਮੁਖਤਿਆਰਨਾਮਾ ਹੁੰਦਾ ਕੀ ਹੈ ਤੇ ਬਣਦਾ ਕਿਵੇਂ ਹੈ? ਧਰਮਿੰਦਰ ਜੀ, ਇੱਕ ਬੜਾ ਗੁੰਝਲਦਾਰ ਸਵਾਲ ਹੈ। ਮੁਖਤਿਆਰਨਾਮਾ ਕੋਈ ਵੀ ਵਿਅਕਤੀ ਜੋ ਕਿਸੇ ਅਚਲ ਜਾਇਦਾਦ ਦਾ ਮਾਲਕ ਹੈ, ਉਹ ਆਪਣੇ ਅਧਿਕਾਰ ਦੂਸਰੇ ਵਿਅਕਤੀ ਨੂੰ ਦੇ ਦਿੰਦਾ ਹੈ। ਜੀ, ਜਿਵੇਂ ਪੰਜਾਬੀ 'ਚ ਕਹਿੰਦੇ ਆਪਣੇ ਹੱਥ ਵੱਢ ਕੇ ਦੇ ਦੇਣੇ, ਉਹਦੇ ਨਾਲ ਇਹ ਹੈ ਵੀ ਆਪਣੇ ਸਾਰੇ ਅਧਿਕਾਰ ਜੋ ਉਹ ਉਸ ਜਾਇਦਾਦ ਬਾਰੇ ਰੱਖਦਾ, ਉਹ ਲਿਖਤ ਰੂਪ 'ਚ ਦੂਸਰੇ ਬੰਦੇ ਨੂੰ ਦੇ ਸਕਦਾ। ਮੁਖਤਿਆਰਨਾਮਾ ਜਿਹੜਾ ਹੈ ਇਹ ਦੋ ਕਿਸਮ ਦਾ ਹੁੰਦਾ ਜੀ। ਇੱਕ ਹੁੰਦਾ ਮੁਖਤਿਆਰਨਾਮਾ ਆਮ, ਇੱਕ ਹੁੰਦਾ ਮੁਖਤਿਆਰਨਾਮਾ ਖਾਸ। ਜੀ, ਮੁਖਤਿਆਰਨਾਮਾ ਆਮ ਦੇ ਵਿੱਚ ਕੋਈ ਵੀ ਮਦ ਦਿੱਤੀ ਜਾ ਸਕਦੀ ਹੈ। ਜੇ ਬੰਦਾ ਕਹੇ ਵੀ ਮੇਰੇ ਥਾਂ 'ਤੇ ਵੇਚ ਵੀ ਸਕਦਾ ਹੈ, ਗਹਿਣੇ ਵੀ ਕਰ ਸਕਦਾ ਹੈ, ਇਹਦਾ ਮੁਆਵਜ਼ਾ ਵੀ ਲੈ ਸਕਦਾ, ਇਹਦੇ ਬਾਰੇ ਅਦਾਲਤ 'ਚ ਕੇਸ ਵੀ ਲੜ ਸਕਦਾ ਹੈ। ਮਤਲਬ ਹਰ ਕਿਸਮ ਦੇ ਅਧਿਕਾਰ ਜਿਹੜੇ ਹੈਗੇ ਆ ਉਹ ਮੁਖਤਿਆਰਨਾਮਾ ਆਮ ਦੇ ਵਿੱਚ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਦੇ ਸਕਦਾ। ਮੁਖਤਿਆਰਨਾਮਾ ਖਾਸ ਜੋ ਹੈ ਉਹ ਹੁੰਦਾ ਹੈ ਕਿ ਕਿਸੇ ਖਾਸ ਮੰਤਵ ਲਈ ਬੰਦਾ ਆਪਣੇ ਅਧਿਕਾਰ ਦੂਜੇ ਵਿਅਕਤੀ ਨੂੰ ਦੇ ਸਕਦਾ। ਮੰਨ ਲਓ ਕੋਈ ਕਹਿੰਦਾ ਵੀ ਮੈਂ ਕੇਸ ਲੜਨਾ ਪਰ ਮੈਂ ਆਪ ਕੋਰਟ 'ਚ ਜਾ ਨਹੀਂ ਸਕਦਾ, ਮੇਰੇ ਵੱਲੋਂ ਇਹ ਬੰਦਾ ਬਤੌਰ ਮੁਖਤਿਆਰ ਖਾਸ ਮੇਰਾ ਇਹ ਕੇਸ ਲੜੇਗਾ। ਜਾਂ ਕਿਸੇ ਜ਼ਮੀਨ ਦਾ ਕੋਈ ਮੁਆਵਜ਼ਾ ਮਿਲਣਾ ਹੈ ਜਾਂ ਕਿਸੇ ਵੇਚਣ ਵਾਸਤੇ ਵੀ ਮੁਖਤਿਆਰਨਾਮਾ ਖਾਸ ਦਿੱਤਾ ਜਾ ਸਕਦਾ।
ਵੀ ਇਹਨੂੰ ਸਿਰਫ ਵੇਚਣ ਦੇ ਅਧਿਕਾਰ ਹੈ, ਪੈਸੇ ਮੈਂ ਆਪ ਲਵਾਂਗਾ, ਮੇਰੀ ਥਾਂ ਤੇ ਖੜ੍ਹ ਕੇ ਰਜਿਸਟਰੀ ਕਰਾ ਸਕਦਾ। ਜਾਂ ਹੋਰ ਵੀ ਕੋਈ ਕਾਨੂੰਨੀ ਲੜਾਈ ਲੜਨੀ ਹੈ ਜਾਂ ਕੋਈ ਕਿਸੇ ਦਫ਼ਤਰ ਦੇ ਵਿੱਚ ਜਾ ਕੇ ਪੇਸ਼ ਹੋਣਾ ਹੈ, ਉਹਦੇ ਵਾਸਤੇ ਮੁਖਤਿਆਰਨਾਮਾ ਖਾਸ ਸਿਰਫ ਇੱਕ ਮੰਤਵ ਲਈ ਉਹ ਬੰਦਾ ਕਿਸੇ ਦੂਸਰੇ ਵਿਅਕਤੀ ਨੂੰ ਦੇ ਸਕਦਾ। ਇੱਕ ਮੁਖਤਿਆਰਨਾਮਾ ਹੋਰ ਹੁੰਦਾ ਜੀ, ਜਦੋਂ ਅਸੀਂ ਅਦਾਲਤ 'ਚ ਕੇਸ ਕਰਦੇ ਹਾਂ ਤਾਂ ਜਿਹੜਾ ਅਸੀਂ ਵਕੀਲ ਨੂੰ ਲਿਖ ਕੇ ਦਿੰਦੇ ਹਾਂ, ਵਕਾਲਤਨਾਮਾ ਵੈਸੇ ਲਿਖਿਆ ਹੁੰਦਾ ਉਹਦੇ 'ਤੇ ਜੀ, ਸਹੀ ਮਾਇਨੇ 'ਚ ਉਹ ਮੁਖਤਿਆਰਨਾਮਾ ਹੀ ਹੁੰਦਾ ਜੀ। ਤੇ ਅਲਵਾਲੀਆ ਸਾਹਿਬ, ਮੁਖਤਿਆਰਨਾਮਾ ਬਦਲਿਆ ਵੀ ਜਾ ਸਕਦਾ ਹੈ? ਹਾਂ, ਮੁਖਤਿਆਰਨਾਮਾ ਦੇਣ ਵਾਲਾ ਵਿਅਕਤੀ ਜਦੋਂ ਵੀ ਚਾਹੇ, ਜੇ ਤੁਸੀਂ ਅੱਜ ਮੁਖਤਿਆਰਨਾਮਾ ਦਿੱਤਾ ਤਾਂ ਕੱਲ੍ਹ ਨੂੰ ਉਹਨੂੰ ਤੁੜਾ ਸਕਦੇ ਹੋ ਜੀ, ਜੇ ਪਰਸੋਂ ਨੂੰ ਕਿਸੇ ਹੋਰ ਨੂੰ ਦੇ ਸਕਦੇ ਹੋ। ਠੀਕ ਹੈ। ਇਹ ਮੁਖਤਿਆਰਨਾਮਾ ਜਿਹੜਾ ਹੈਗਾ ਬੰਦੇ ਦੇ ਜਿਉਂਦੇ ਜੀ ਲਾਗੂ ਰਹਿੰਦਾ ਹੈ ਜੀ। ਜਦੋਂ ਤੱਕ ਮੁਖਤਿਆਰਨਾਮਾ ਦੇਣ ਵਾਲਾ ਜੀਵਤ ਹੈ ਉਦੋਂ ਤੱਕ ਦੂਸਰਾ ਵਿਅਕਤੀ ਉਹਦੇ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ। ਜੇ ਮੁਖਤਿਆਰਨਾਮਾ ਦੇਣ ਵਾਲਾ ਵਿਅਕਤੀ ਮਰ ਜਾਂਦਾ ਤਾਂ ਉਹਦੀ ਜਿਹੜੀ ਹੈਗੀ ਹੈ ਸਾਰੀ ਕਾਰਵਾਈ ਖਤਮ ਹੋ ਜਾਂਦੀ। ਅਲਵਾਲੀਆ ਸਾਹਿਬ, ਕਈ ਵਾਰ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਕਿ ਵਿਦੇਸ਼ ਦੇ ਵਿੱਚ ਜਾ ਕੇ ਲੋਕ ਸੈਟਲ ਹੋ ਜਾਂਦੇ ਨੇ, ਜ਼ਮੀਨ ਜਾਇਦਾਦ ਉਹਨਾਂ ਦੀ ਇੱਥੇ ਰਹਿ ਜਾਂਦੀ ਹੈ ਇੰਡੀਆ ਦੇ ਵਿੱਚ, ਤਾਂ ਕੀ ਵਿਦੇਸ਼ ਬੈਠੇ ਲੋਕ ਵੀ ਆਪਣੀ ਜ਼ਮੀਨ ਜਾਇਦਾਦ ਦਾ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਮੁਖਤਿਆਰਨਾਮਾ ਭੇਜ ਸਕਦੇ ਨੇ? ਉਹਦਾ ਕੀ ਪ੍ਰੋਸੀਜਰ ਹੁੰਦਾ ਹੈ? ਹਾਂ, ਇਹ ਬੜਾ ਵਧੀਆ ਸਵਾਲ ਹੈ। ਜਿਹੜੇ ਲੋਕ NRI ਹੈ ਜਾਂ ਸਟੂਡੈਂਟਸ ਹੈ, ਬਾਹਰ ਚਲੇ ਜਾਂਦੇ ਹੈ, ਕਿਸੇ ਕੰਮ ਲਈ ਲੋੜ ਪੈਂਦੀ ਹੈ ਪਰ ਉਹ ਆਪ ਨਹੀਂ ਆ ਸਕਦੇ ਜੀ, ਉਹ ਆਪਣਾ ਮੁਖਤਿਆਰਨਾਮਾ ਉਸੇ ਦੇਸ਼ ਦੇ ਕੌਂਸਲੇਟ ਜਨਰਲ ਤੋਂ, ਜਿਹੜਾ ਇੰਡੀਆ ਦਾ ਉੱਥੇ ਕੌਂਸਲੇਟ ਜਨਰਲ ਹੈ, ਉਹਦੇ ਤੋਂ ਤਸਦੀਕ ਕਰਵਾ ਕੇ ਆਪਣੇ ਪਾਸਪੋਰਟ ਦੀ ਕਾਪੀ ਲਾ ਕੇ ਨਾਲ ਜੀ ਉਹ ਇੱਥੇ ਭੇਜ ਸਕਦੇ ਹਾਂ। ਇੱਥੇ ਆਉਣ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਜਾਂ ਡਿਵੀਜ਼ਨਲ ਕਮਿਸ਼ਨਰ ਕੋਲ ਜਾ ਕੇ ਇੰਬੋਸ ਕਰਾਉਣਾ ਪੈਂਦਾ। ਉੱਥੇ ਉਹ ਸਾਰੇ ਉਸਦੇ ਜਿਹੜੇ ਹੈਗੇ ਆ ਡਾਕੂਮੈਂਟਸ ਦੇਖ ਕੇ ਉਸ ਨੂੰ ਤਸਦੀਕ ਕਰਦੇ ਆ ਵੀ ਹਾਂ ਇਹ ਵਾਕਈ ਉਸੇ ਬੰਦੇ ਨੇ ਭੇਜਿਆ ਜੀ। ਉਸ ਤੋਂ ਬਾਅਦ ਉਹ ਇੰਬੋਸ ਹੋ ਜਾਂਦਾ ਅਤੇ ਉਹਦੀ ਜਿਹੜੀ ਪਾਵਰ ਹੈਗੀ ਹੈ ਉਨੀ ਹੋ ਜਾਂਦੀ ਜਿੰਨੀ ਕਿ ਇੱਥੇ ਇੰਡੀਆ 'ਚ ਰਜਿਸਟਰ ਕਰਾਏ ਮੁਖਤਿਆਰਨਾਮੇ ਦੀ ਹੁੰਦੀ। ਜੀ ਅਲਵਾਲੀਆ ਸਾਹਿਬ, ਤੁਸੀਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇੱਕ ਮੁਖਤਿਆਰਨਾਮਾ ਖਾਸ ਹੁੰਦਾ ਹੈ, ਇੱਕ ਮੁਖਤਿਆਰਨਾਮਾ ਆਮ ਹੁੰਦਾ ਹੈ। ਜਿਹੜਾ ਮੁਖਤਿਆਰੇ ਆਮ ਹੈ ਉਹ ਮੁਖਤਿਆਰੇ ਖਾਸ ਨੂੰ ਨਿਯੁਕਤ ਕਰ ਸਕਦਾ ਹੈ? ਹਾਂ, ਇਹ ਦੇਖੋ ਕਾਨੂੰਨੀ ਪੇਚਾ ਇੱਕ ਇਹ, ਜੇ ਮੁਖਤਿਆਰਨਾਮਾ ਦੇਣ ਵਾਲੇ ਵਿਅਕਤੀ ਨੇ ਜੀ ਆਪਣੇ ਮੁਖਤਿਆਰਨਾਮੇ ਦੀ ਲਿਖਤ ਦੇ ਵਿੱਚ ਲਿਖਿਆ ਹੈ ਕਿ ਮੇਰਾ ਮੁਖਤਿਆਰੇ ਆਮ ਕਿਸੇ ਨੂੰ ਵੀ ਮੁਖਤਿਆਰੇ ਖਾਸ ਮੁਕਰਰ ਕਰ ਸਕਦਾ ਜੀ, ਤਾਂ ਹੀ ਉਹ ਮੁਖਤਿਆਰੇ ਆਮ ਮੁਖਤਿਆਰ ਖਾਸ ਮੁਕਰਰ ਕਰ ਸਕਦਾ, ਨਹੀਂ ਤਾਂ ਨਹੀਂ ਜੀ। ਤੇ ਇੱਕ ਹੋਰ ਹੁੰਦਾ ਹੈ ਕਿ ਮੁਖਤਿਆਰਨਾਮਾ ਕੀਤਾ ਜਾਂਦਾ, ਅਕਸਰ ਕਈ ਵਾਰ ਹੁੰਦਾ ਹੈ ਕਿ ਮੁਖਤਿਆਰਨਾਮਾ ਕਰਨ ਵਾਲਾ ਇੱਕ ਹੁੰਦਾ ਹੈ, ਉਹ ਅੱਗੇ ਕਿੰਨੇ ਲੋਕਾਂ ਨੂੰ ਕਰ ਸਕਦਾ, ਕਿਸੇ ਪਾਰਟਨਰ ਨੂੰ ਜਾਂ ਕਿਸੇ ਇੱਕ ਵਿਅਕਤੀ ਦੇ ਨਾਮ ਹੀ ਹੁੰਦਾ ਹੈ? ਨਹੀਂ, ਇਹ ਮੁਖਤਿਆਰਨਾਮਾ ਕਰਨ ਵਾਲੇ ਦੀ ਮਰਜ਼ੀ ਹੈ, ਉਹ 1 ਦੇ 2 ਦੇ 3 ਦੇ 4 ਦੇ ਕਿੰਨੇ ਵੀ ਬੰਦਿਆਂ ਦੇ ਨਾਮ 'ਤੇ ਆਪਣਾ ਮੁਖਤਿਆਰਨਾਮਾ ਕਰ ਸਕਦਾ ਜੀ। ਸਾਰਿਆਂ ਨੂੰ ਉਹੋ ਜਿਹੇ ਬਰਾਬਰ ਦੇ ਅਧਿਕਾਰ ਜਿਹੜੇ ਹੁੰਦੇ ਆ ਉਹ ਹੁੰਦੇ ਆ। ਜੇ ਉਹ ਕਹਿੰਦੇ ਵੀ ਹਾਂ ਇਹ ਚਾਰੇ ਰਲ ਕੇ ਮੇਰੇ ਅਧਿਕਾਰਾਂ ਦੀ ਵਰਤੋਂ ਕਰਨਗੇ, ਉਹਦੇ 'ਚ ਸ਼ਰਤ ਲਗਾ ਸਕਦਾ। ਬਿਲਕੁਲ ਅਲਵਾਲੀਆ ਸਾਹਿਬ, ਚਰਚਾ ਹੋ ਚੁੱਕੀ ਹੈ ਕਿ ਮੁਖਤਿਆਰਨਾਮਾ ਬਣਦਾ ਕਿਵੇਂ ਆ, ਮੁਖਤਿਆਰਨਾਮਾ ਹੁੰਦਾ ਕਿਵੇਂ ਆ, ਕੌਣ ਕਰ ਸਕਦਾ ਹੈ, ਵਿਦੇਸ਼ ਦੀ ਵੀ ਅਸੀਂ ਚਰਚਾ ਕਰ ਚੁੱਕੇ ਹਾਂ। ਇਸ ਦੇ ਚੱਲਦਿਆਂ ਬੜਾ ਜ਼ਰੂਰੀ ਸਵਾਲ ਬਣ ਜਾਂਦਾ ਹੈ ਕਿ ਮੁਖਤਿਆਰਨਾਮਾ ਕਿੰਨਾ ਕੁ ਜ਼ਰੂਰੀ ਹੈ ਜਦੋਂ ਅਸੀਂ ਜ਼ਮੀਨ ਖਰੀਦਦੇ ਹਾਂ ਜਾਂ ਜ਼ਮੀਨ ਵੇਚਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਦਾ ਕੋਈ ਕੰਮ ਹੁੰਦਾ ਤਾਂ ਕਿੰਨਾ ਕੁ ਜ਼ਰੂਰੀ ਹੈ? ਇਦੋਂ ਬਿਨਾਂ ਵੀ ਕੰਮ ਹੋ ਸਕਦੇ ਨੇ? ਹਾਂ ਧਰਮਿੰਦਰ ਜੀ, ਮੁਖਤਿਆਰਨਾਮਾ ਜਿਹੜਾ ਹੈਗਾ ਉਹ ਤਾਂ ਹੀ ਦਿੱਤਾ ਜਾਂਦਾ ਜਦੋਂ ਜ਼ਮੀਨ ਦਾ ਮਾਲਕ ਜਾਂ ਜਾਇਦਾਦ ਦਾ ਮਾਲਕ ਖੁਦ ਹਾਜ਼ਰ ਹੋ ਕੇ ਕੋਈ ਕੰਮ ਨਾ ਕਰਵਾ ਸਕਦਾ ਹੋਵੇ ਜੀ। ਜੇ ਬੰਦਾ ਖੁਦ ਹਾਜ਼ਰ ਹੋ ਕੇ ਸਾਰਾ ਕੰਮ ਕਰਵਾ ਸਕਦਾ ਤਾਂ ਮੁਖਤਿਆਰਨਾਮੇ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਜੀ। ਪਰੰਤੂ ਜਦੋਂ ਹੁੰਦਾ ਹੈ ਕਿ ਬੰਦਾ ਹਾਜ਼ਰ ਹੀ ਨਹੀਂ ਹੋ ਸਕਦਾ, ਬੰਦਾ ਕਿਤੇ ਵਿਦੇਸ਼ 'ਚ ਬੈਠਾ ਹੈ, ਬੰਦਾ ਕਿਸੇ ਦੂਜੇ ਸ਼ਹਿਰ 'ਚ ਬੈਠਾ ਹੈ, ਰੇਲਾਂ ਬੰਦ ਹੈ, ਹਵਾਈ ਜਹਾਜ਼ ਬੰਦ ਹੈ, ਜਿਵੇਂ ਕੋਵਿਡ ਦਾ ਰੌਲਾ ਚੱਲਦਾ ਰਿਹਾ ਪਿਛਲੇ ਸਾਲਾਂ 'ਚ,
ਤਾਂ ਅਜਿਹੇ 'ਚ ਜਿਹੜਾ ਹੈਗਾ ਮੁਖਤਿਆਰਨਾਮਾ ਹੀ ਇੱਕ ਇਹੋ ਜਿਹੀ ਲਿਖਤ ਹੈ ਜਿਹੜਾ ਵਿਅਕਤੀ ਦੂਜੇ ਦੇ ਅਧਿਕਾਰਾਂ ਨੂੰ ਵਰਤ ਸਕਦਾ। ਜੀ ਜੇ ਮੁਖਤਿਆਰਨਾਮਾ ਨਾ ਹੋਵੇ ਤਾਂ ਫਿਰ ਉਹੀ ਵਿਅਕਤੀ ਆਪਣੇ ਅਧਿਕਾਰਾਂ ਨੂੰ ਵਰਤ ਸਕਦਾ ਜਿਹਦੇ ਕੋਲ ਜਿਹੜਾ ਉਸ ਦਾ ਮਾਲਕ ਹੈ। ਜੀ, ਉਹਦਾ ਮੌਕੇ ਤੇ ਹਾਜ਼ਰ ਹੋਣਾ ਜ਼ਰੂਰੀ। ਉਹਦਾ ਮੌਕੇ 'ਤੇ ਹਾਜ਼ਰ ਹੋਣਾ ਜ਼ਰੂਰੀ ਹੈ। ਉਸ ਤੋਂ ਬਿਨਾਂ ਨਾ ਉਹ ਵੇਚ ਸਕਦਾ, ਨਾ ਗਹਿਣੇ ਕਰ ਸਕਦਾ, ਕੁਛ ਵੀ ਨਹੀਂ ਕਰ ਸਕਦਾ, ਮੁਆਵਜ਼ਾ ਨਹੀਂ ਲੈ ਸਕਦਾ ਜ਼ਮੀਨ ਦਾ। ਜੇ ਮੁਖਤਿਆਰਨਾਮਾ ਦਿੱਤਾ ਹੋਏਗਾ ਫਿਰ ਉਹ ਲੈ ਸਕਦਾ ਜਿਹਨੇ ਮੁਖਤਿਆਰਨਾਮਾ ਲਿੱਤਾ ਹੋਇਆ। ਜੀ ਬਿਲਕੁਲ, ਦਰਸ਼ਕਾਂ ਨੂੰ ਦੱਸ ਦਈਏ ਕਿ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਸਾਡੇ ਨਾਲ ਬਣੇ ਹੋਏ ਨੇ, ਮੁਖਤਿਆਰਨਾਮੇ ਦੇ ਉੱਤੇ ਚਰਚਾ ਕਰ ਰਹੀ ਹੈ। ਜੇਕਰ ਤੁਹਾਡਾ ਵੀ ਕੋਈ ਸਵਾਲ ਹੈ, ਤੁਸੀਂ ਵਿਦੇਸ਼ 'ਚ ਬੈਠੇ ਹੋ, ਦੇਸ਼ 'ਚ ਬੈਠੇ ਹੋ, ਕਿਤੇ ਵੀ ਕਿਸੇ ਵੀ ਕੋਨੇ 'ਚ ਬੈਠੇ ਹੋ, ਤੁਹਾਡਾ ਕੋਈ ਸਵਾਲ ਹੈ, ਕੋਈ ਅਜਿਹੀ ਅੜਚਨ ਹੈ, ਤਾਂ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਆਪਣਾ ਮੈਸੇਜ ਛੱਡ ਸਕਦੇ ਹੋ, ਮੈਸੇਜ ਦੇ ਥਰੂ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇ, ਤੁਹਾਡੀ ਹਰ ਜਿਹੜੀ ਸਮੱਸਿਆ ਇਸ ਜ਼ਮੀਨ ਜਾਇਦਾਦ ਦੇ ਨਾਲ ਜੁੜੀ ਹੋਈ ਉਹਦੇ ਉੱਤੇ ਵਿਚਾਰ ਕੀਤਾ ਜਾਵੇ। ਸਾਡੀ ਇਹ ਕੋਸ਼ਿਸ਼ ਰਹੇਗੀ ਕਿਉਂਕਿ D5 ਚੈਨਲ ਪੰਜਾਬੀ ਦਾ ਉਪਰਾਲਾ ਹੈ ਕਿ ਜ਼ਮੀਨ ਜਾਇਦਾਦ ਦੇ ਜਿੰਨੇ ਵੀ ਕਾਨੂੰਨ ਨੇ, ਉਹਦੇ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਨੇ, ਉਹਨਾਂ ਨੂੰ ਸੁਲਝਾਇਆ ਜਾ ਸਕੇ। ਆਹਲੂਵਾਲੀਆ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਇਹ ਸਨ ਸਾਡੇ ਨਾਲ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਪ੍ਰਤਾਪ ਸਿੰਘ ਆਹਲੂਵਾਲੀਆ, ਜਿਨ੍ਹਾਂ ਨੇ ਦੱਸਿਆ ਕਿ ਅਸਲ ਦੇ ਵਿੱਚ ਮੁਖਤਿਆਰਨਾਮਾ ਹੁੰਦਾ ਕੀ ਹੈ, ਬਣਦਾ ਕਿਵੇਂ ਆ, ਕੌਣ ਬਣਾ ਸਕਦਾ ਹੈ, ਕਿੰਨਾ ਕੁ ਜ਼ਰੂਰੀ ਹੈ ਜ਼ਮੀਨ ਜਾਇਦਾਦ ਦਾ ਜਦੋਂ ਕੋਈ ਮਸਲਾ ਖੜਾ ਹੋ ਜੇ, ਕਦੋਂ ਖਰੀਦਣੀ ਹੋਵੇ ਜ਼ਮੀਨ, ਕਦੇ ਵੇਚਣੀ ਹੋਵੇ, ਤਾਂ ਮੁਖਤਿਆਰਨਾਮਾ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਅਗਲੇ ਐਪੀਸੋਡ ਦੇ ਵਿੱਚ ਫਿਰ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ।